नमस्कार, सत श्री अकाल। डॉक्टर कुमार के नेचुरल होलिस्टिक हर्बल आयुर्वेदिक सेंटर में आप सबका बहुत बहुत स्वागत। प्यारे दर्शकों, as far as I remember last time when I was talking about the skin problems, I also told that one of the reasons is stress. So why not we should talk about that stress today? ਮੈਨੂੰ ਯਾਦ ਹੈ ਪਿਆਰੇ ਦਰਸ਼ਕੋ, ਮੈਂ ਗੱਲ ਕਰਦੇ ਕਰਦੇ ਕਿਹਾ ਸੀ ਕਿ ਸਟ੍ਰੈਸ ਵੀ ਕਈ ਬਿਮਾਰੀਆਂ ਦੀ ਜੜ। ਤੁਹਾਡੀ ਨੌਲੇਜ ਲਈ ਜੇ ਆਪਾਂ ਸ਼ੂਗਰ ਤੇ ਸ਼ੋਅ ਕੀਤਾ ਸੀ ਪਹਿਲਾ, ਤੇ ਸਟ੍ਰੈਸ ਉਹਦਾ ਵੀ ਕਾਰਨ ਹੈ। ਮੋਟਾਪਾ ਕੀਤਾ ਸੀ ਸ਼ੋਅ, ਸਟ੍ਰੈਸ ਉਹਦਾ ਵੀ ਕਾਰਨ ਬਣਦੀ ਹੈ। ਤੀਸਰਾ ਆਪਾਂ ਸ਼ੋਅ ਕੀਤਾ ਸੀ ਸੋਰਾਇਸਿਸ ਬਾਰੇ, और मैं ये भी दसिया सी कि अमेरिकन रिसर्च हजे तक कह रही है कि वी कुडंट फाइंड द रीजन ऑफ द सोराइसिस, लेकिन नैचुरल आयुर्वैदिक विच ये भी दसिया सी कि इहदा एक कारण स्ट्रैस है। सो क्यों ना अज आपां स्ट्रैस बारे, एंगजाइटी बारे, डिप्रैशन बारे गल कर लईए। इहदे च कोई शक नहीं कि जदों स्ट्रैस वधदी है तो कई बीमारियां उहदे नाल हुंदियां। डिप्रैशन देखो, डिप्रैशन की है, इट इज़ लाइक आई शुड से रिएक्शन ऑफ द बॉडी। डिप्रैशन भावें वो रिएक्टिव है, भावें ऑर्गेनिक है, भावें एंडोजीनस है। रिएक्टिव मीनस इट इज़ एज ए रिएक्शन टू द बॉडी। रिएक्शन किस तरह, सपोज करो एक एक्चुअली इट्स ए सोच होंगी अपनी। डिप्रैशन का सब तो बड़ा कारण है कि इंसान ਆਪਾਂ ਕਈ ਬਿਮਾਰੀਆਂ ਆਪਣੇ ਆਪ ਸੋਚ ਨਾਲ ਲੈ ਲੈਂਦੇ ਹਾਂ, ਲੇਕਿਨ ਉਹਦੇ 'ਚ ਆਪਣਾ ਵਸ ਨਹੀਂ ਹੁੰਦਾ। ਸੋਚ ਇੱਕ ਐਸੀ ਹੈ ਕਿ ਕਈ ਵਾਰੀ ਉਹ ਖਿਆਲ ਦਿਮਾਗ 'ਚੋਂ ਨਹੀਂ ਨਿਕਲਦੇ, ਬਾਰ-ਬਾਰ ਉਹ ਚੀਜ਼ ਦਿਮਾਗ 'ਚ ਆਉਂਦੀ ਹੈ। ਇਸੇ ਕਰਕੇ ਜਿੱਦਾਂ ਮੈਂ ਦੱਸਿਆ, ਰਿਐਕਟਿਵ ਮਤਲਬ ਐਜ਼ ਏ ਰਿਐਕਸ਼ਨ ਟੂ ਦ ਬੋਡੀ। ਵੀ ਕਈ ਵਾਰੀ ਸਪੋਜ਼ ਕਰੋ ਕਿਸੇ ਦੇ ਰਿਐਕਸ਼ਨ ਮੀਨਸ ਵੀ ਜਾਂ ਤਾਂ ਕੋਈ ਲਾਸ ਆਫ ਸਮਵਨ, ਕਿਸੇ ਰਿਸ਼ਤੇਦਾਰ ਦੀ ਡੈਥ ਹੋ ਜਾਏ ਜਾਂ ਕਿਸੇ ਦੀ ਮਦਰ ਦੀ ਡੈਥ ਹੋ ਜਾਏ, ਤੇ ਉਹ ਦਿਮਾਗ 'ਚੋਂ ਵਿਚਾਰੇ ਨੂੰ ਹਮੇਸ਼ਾ ਆਉਂਦਾ ਰਹੇਗੀ ਮੇਰੀ ਮਦਰ ਸੀ, ਮੇਰੀ ਮਦਰ ਬੜੀ ਅੱਛੀ ਸੀ, ਮੇਰੇ ਮਦਰ ਨੇ ਇਹ ਕੀਤਾ। ਸੋ ਉਹ ਮਤਲਬ ਇੱਕ ਰਿਐਕਸ਼ਨ ਹੋ ਜਾਂਦਾ ਮਾਈਂਡ ਨੂੰ, ਤੇ ਇਨਸਾਨ ਸੋਚਦਾ ਕਈ ਵਾਰੀ ਡਿਪਰੈਸ਼ਨ 'ਚ ਚਲ ਜਾਂਦਾ। ਸੋ ਸਮਟਾਈਮਜ਼ ਇਟ ਇਜ਼ ਬਿਕਾਜ਼ ਆਫ ਦ ਲਾਸ ਆਫ ਸਮ ਲਵਡ ਵਨਸ ਇਨ ਯੂਰ ਫੈਮਿਲੀ, ਸਮਟਾਈਮਜ਼ ਇਟ ਇਜ਼ ਬਿਕਾਜ਼ ਆਫ ਦ ਲਾਸ ਆਫ ਬਿਜ਼ਨਸ। ਸੋ ਕਿਸੇ ਕਿਸਮ ਦਾ ਲਾਸ ਦਾ ਹੋਣਾ, ਉਹਨੂੰ ਆਪਾਂ ਰਿਐਕਸ਼ਨ 'ਚ ਕਹਿ ਦਿੰਦੇ ਹਾਂ ਵੀ ਰਿਐਕਟਿਵ। ਇਸੇ ਤਰ੍ਹਾਂ ਐਂਡੋਜੀਨਸ ਮੀਨਸ ਜਿੱਦਾਂ ਲੜਕੀਆਂ ਨੂੰ ਮੈਂਸਿਸ ਦੇ ਦੌਰਾਨ ਕਈ ਵਾਰੀ ਹਾਰਮੋਨਸ ਦਾ ਜਦੋਂ ਇੰਬੈਲੈਂਸ ਹੁੰਦਾ ਤੇ ਉਹ ਵੀ ਇੱਕ ਕਿਸਮ ਦੀ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ ਚੱਲ ਜਾਂਦੀ ਹੈ। ਜਦੋਂ ਸਟ੍ਰੈਸ ਹੋਣੀ ਹੈ, ਡਿਪਰੈਸ਼ਨ ਹੋਣੀ ਹੈ, ਮੈਮਰੀ ਦਾ ਘਟਣਾ, ਐਕਚੁਅਲੀ ਇਹ ਸਾਰੀ ਚੀਜ਼ ਬ੍ਰੇਨ 'ਚ। ਮੈਂ ਕਈ ਵਾਰੀ ਅੱਗੇ ਦੱਸਿਆ ਕਿ ਆਯੁਰਵੈਦਿਕ ਸਾਇੰਸ ਦੇ ਵਿੱਚ ਜਿੱਦਾਂ ਮੈਂ ਕਈ ਵਾਰੀ ਦੱਸਿਆ ਸੀ, ਅਸ਼ਵਗੰਧਾ ਜਿਹਨੂੰ ਆਪਾਂ ਕਹਿੰਦੇ ਵਧੇਨੀਆ ਸੋਮਨੀਫੈਰਾ, ਬ੍ਰਹਮੀ ਜਿਹਨੂੰ ਕਹਿੰਦੇ ਬੈਕੋਪਾ ਮੈਨਰੀ, ਅਸ਼ਵਗੰਧਾ, ਬ੍ਰਹਮੀ, ਸ਼ੰਖ ਪੁਸ਼ਪੀ, ਜੜਾਮਾਨਸੀ, ਜੋਤਿਸ਼ਮਤੀ, ਕੁਛ ਜੜੀਆਂ ਬੂਟੀਆਂ, ਇਹ ਬ੍ਰੇਨ ਟੌਨਿਕ ਨੇ। ਮਜ਼ੇਦਾਰ ਗੱਲ ਇਹ ਹੈ ਕਿ ਜੇ ਕੋਈ ਬੰਦਾ ਡਿਪਰੈਸ਼ਨ 'ਚ ਹੈ ਤੇ ਦੇਖੋ ਦੂਸਰੀਆਂ ਐਂਟੀ ਡਿਪਰੈਸੈਂਟ ਡਰੱਗਸ ਖਾਣ ਦੇ ਨਾਲ ਸਗੋਂ ਹੋਰ ਵੀਕਨੈਸ ਹੁੰਦੀ ਹੈ, ਬ੍ਰੇਨ ਕਮਜ਼ੋਰ, ਮੈਮਰੀ ਕਮਜ਼ੋਰ, ਸੁਸਤੀ ਪਈ ਰਹਿਣੀ। ਲੇਕਿਨ ਮੈਂ ਜੇ ਦੱਸਾਂ ਵੀ ਸਟ੍ਰੈਸ ਜਿੱਦਾਂ ਮੈਂ ਦੱਸਿਆ ਕੀ ਕਾਰਨ ਨੇ ਜਾਂ ਇਹਦੇ ਨਾਲ ਹੁੰਦਾ ਕਿ ਜਦੋਂ ਕਿਸੇ ਨੂੰ ਐਂਗਜ਼ਾਇਟੀ ਜਾਂ ਕਿਸੇ ਕਿਸਮ ਦੀ ਡਿਪਰੈਸ਼ਨ ਜਾਂ ਸਟ੍ਰੈਸ ਹੋਵੇ, ਉਹਨੂੰ ਸਭ ਤੋਂ ਪਹਿਲਾਂ ਤੇ ਉਹਦੀ ਭੁੱਖ ਮਰ ਜਾਏਗੀ, ਲਾਸ ਆਫ ਹੰਗਰ, ਲਾਸ ਆਫ ਐਪੇਟਾਈਟ। ਫਿਰ ਉਹਦੀ ਨੀਂਦ ਉੜ ਜਾਏਗੀ, ਲਾਸ ਆਫ ਸਲੀਪ। ਕਿੱਥੇ 8 ਘੰਟੇ ਸੌਣਾ ਤੇ ਵਿਚਾਰੇ 4 ਘੰਟੇ ਵੀ ਨਹੀਂ ਸੌਂ ਪਾਏਗਾ। ਲਾਸ ਆਫ ਮੈਮਰੀ, ਯਾਦਦਾਸ਼ਤ ਘਟ ਜਾਏਗੀ। ਲਾਸ ਆਫ ਵਿਗਰ ਐਂਡ ਵਾਈਟੈਲਿਟੀ, ਸਰੀਰ 'ਚ ਤਾਕਤ ਨਹੀਂ ਰਹਿੰਦੀ, ਸਰੀਰਕ, ਮਾਨਸਿਕ ਤੇ ਸੈਕਸੁਅਲ ਤਾਕਤ ਦੀ ਕਮੀ ਆ ਜਾਂਦੀ ਹੈ, ਓਨਲੀ ਬਿਕਾਜ਼ ਆਫ ਸਟ੍ਰੈਸ। ਇਸ ਕਰਕੇ ਮੈਂ ਤੁਹਾਨੂੰ ਕਿਉਂ ਦੱਸਿਆ ਸੀ ਕਿ ਸਟ੍ਰੈਸ ਦੇ ਕਈ ਕਾਰਨ ਨੇ, ਜਦ ਕਿ ਇਹ ਬੜੀ ਛੋਟੀ ਜਿਹੀ ਗੱਲ ਹੁੰਦੀ ਹੈ, ਲੇਕਿਨ ਉਹਦੇ 'ਚ ਮਨ ਦਾ ਵਸ ਨਹੀਂ ਹੁੰਦਾ। ਭਾਵੇਂ ਉਹ ਕਿਸੇ ਦੀ ਡੈਥ ਕਰਕੇ ਜਾਂ ਕੋਈ ਘਰ 'ਚ ਘਟਨਾ ਹੋਵੇ, ਭਾਵੇਂ ਉਹ ਹਸਬੈਂਡ ਵਾਈਫ ਦਾ ਝਗੜਾ ਹੋਵੇ, ਭਾਵੇਂ ਕੋਈ ਕਿਸੇ ਦੇ ਪੈਸੇ ਦਾ ਲਾਸ ਹੋਇਆ ਹੋਵੇ, ਭਾਵੇਂ ਕੋਈ ਬਿਜ਼ਨਸ 'ਚ ਲਾਸ ਹੋਇਆ ਹੋਵੇ, 80% ਪੀਪਲ ਆਰ ਸਫਰਿੰਗ ਫॉर द ਸਟ੍ਰੈਸ ਐਨੀਵੇ। ਲੇਕਿਨ ਉਹ ਆਰਗੈਨਿਕ ਹੋਵੇ, ਐਂਡੋਜੀਨਸ ਹੋਵੇ, ਰਿਐਕਟਿਵ ਹੋਵੇ, ਔਰ ਐਂਟੀ ਡਿਪਰੈਸੈਂਟ ਐਲੋਪੈਥੀ ਮੈਡੀਸਨਸ ਦੇ ਨਾਲ ਕਈ ਵਾਰੀ ਠੀਕ ਹੈ ਵੀ ਐਲੋਪੈਥੀ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੁੰਦਾ। ਕਈ ਵਾਰੀ ਐਮਰਜੈਂਸੀ ਹੋਵੇ ਤਾਂ ਠੀਕ ਹੈ, ਥੋੜ੍ਹੀ ਦੇਰ ਜਦੋਂ ਕੋਈ ਜ਼ਿਆਦਾ ਸੀਰੀਅਸ ਹੋਵੇ ਤਾਂ ਖਾਣ 'ਚ ਕੋਈ ਹਰਜ਼ ਨਹੀਂ ਹੁੰਦਾ।
ਜਿੱਦਾਂ ਜੇ ਪਿਛਲੇ ਹਫਤੇ ਮੈਂ ਦੱਸਿਆ ਸੀ ਸਕਿਨ ਡਿਸਆਰਡਰਸ ਹੈ, ਐਲਰਜੀ ਹੈ, ਖਾਰਿਸ਼ ਹੈ, ਕਈ ਵਾਰੀ ਓਵਰ ਦਾ ਕਾਊਂਟਰ ਮੈਡੀਸਿਨਸ ਲੈ ਲੈਂਦੇ ਐਂਡ ਐਮਰਜੈਂਸੀ 'ਚ ਠੀਕ ਹੈ ਇਚਿੰਗ ਲਈ ਜਿੱਦਾਂ ਐਂਟੀਹਿਸਟਾਮਿਨਿਕ ਐਂਟੀ ਐਲਰਜੀ ਕਰੀਮ ਲਾ ਲਈ, ਬੈਨਾਡਿਲ ਲੈ ਲਈ ਹੈ। ਤਾਂ ਜ਼ਿਆਦਾ ਦੇਰ ਲੰਬਾ ਸਮਾਂ 'ਚ ਨਹੀਂ ਖਾਣੀ ਚਾਹੀਦੀ, ਉਹਦੇ ਨਾਲ ਇਮਿਊਨਿਟੀ ਵੀ ਘਟਦੀ ਹੈ, ਲਿਵਰ ਵੀ ਖਰਾਬ ਹੈ, ਕਿਡਨੀ ਵੀ ਖਰਾਬ ਹੈ। ਟੁਡੇ ਵੀ ਆਰ ਟਾਕਿੰਗ ਅਬਾਊਟ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ। ਦੇਖੋ ਸਟ੍ਰੈਸ ਦੇ ਨਾਲ ਮੈਂ ਫਿਰ ਦੁਬਾਰਾ ਦੱਸਦਾ, ਲਾਸ ਆਫ ਐਪੇਟਾਈਟ, ਭੁੱਖ ਦਾ ਮਰਨਾ, ਲਾਸ ਆਫ ਸਲੀਪ, ਨੀਂਦ ਦਾ ਨਾ ਆਉਣਾ, ਸਰੀਰ ਸੁਸਤ ਰਹਿਣਾ, ਲਿਥਾਰਜਿਕ ਰਹਿਣਾ, ਸੁਸਤੀ 'ਚ ਪਈ ਰਹਿਣੀ, ਇਨਸਾਨ ਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਹੁੰਦਾ ਕੁਛ ਨਹੀਂ, ਕੋਈ ਛੋਟੀ ਜਿਹੀ ਗੱਲ ਕਈ ਵਾਰੀ ਸਟ੍ਰੈਸ ਕਰ ਦਿੰਦੀ, ਇਨਸਾਨ ਦਾ ਸਾਰਾ ਦਿਨ ਖਰਾਬ ਹੋ ਜਾਂਦਾ। ਭਾਵੇਂ ਕੋਈ ਜੌਬ ਤੇ ਕਿਸੇ ਨੇ ਕੁਝ ਕਹਿਤਾ ਜਾਂ ਕਿਸੇ ਨੂੰ ਜੌਬ ਤੋਂ ਛੁੱਟੀ ਨਹੀਂ ਮਿਲਦੀ, ਓਵਰ ਐਗਜ਼ਰਸ਼ਨ, ਮੈਂਟਲ ਐਗਜ਼ਰਸ਼ਨ। ਫਿਰ ਜਦੋਂ ਸਟ੍ਰੈਸ ਹੁੰਦੀ ਹੈ ਉਹਦੇ ਨਾਲ ਇਨਸਾਨ ਦੀ ਸਰੀਰਕ, ਮਾਨਸਿਕ, ਸੈਕਸੁਅਲ ਤਾਕਤ ਘਟਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਨਾਮਰਦਾਨਗੀ ਦਾ, ਇੰਪੋਟੈਂਸੀ ਦਾ, ਫ੍ਰਿਜਿਡਿਟੀ ਦਾ, ਸਟੈਰਿਲਿਟੀ ਦਾ ਇਜ਼ ਵਨ ਆਫ ਦਾ ਰੀਜ਼ਨ ਸਟ੍ਰੈਸ ਆਲਸੋ। ਆਪਣੇ ਆਪ ਇਨਸਾਨ ਕੀ ਕਰ ਸਕਦਾ, ਉਹਦੇ ਲਈ ਤੁਸੀਂ ਪ੍ਰਾਣਾਯਾਮ ਕਰੋ। ਜੇ ਸਪੋਜ਼ ਕਰੋ ਕਿਸੇ ਨੇ ਕੁਝ ਕਹਿਤਾ, ਜਸਟ ਟਰਾਈ ਟੂ ਫॉरगेट। ਇਟਸ ਨਾਟ ਈਜ਼ੀ, ਇਟਸ ਫॉर ਈਵਨ ਫॉर एवरीबॉडी, ਇਟਸ ਫॉर ਮੀ ਈਵਨ। ਕਹਿਣਾ ਬਹੁਤ ਸੌਖਾ ਹੁੰਦਾ, ਮੈਂ ਟੀਵੀ ਤੇ ਓਪਨਲੀ ਦੱਸ ਰਿਹਾ ਹੁੰਦਾ ਕਿ ਸਮਟਾਈਮਸ ਯੂ ਕੈਨ ਡੂ ਐਟ ਯੂਰ ਓਨ, ਬਟ ਇਟਸ ਨਾਟ ਈਜ਼ੀ। ਲੇਕਿਨ ਉੱਥੇ ਸਾਡਾ ਰੋਲ ਹੈ। ਇਹਨਾਂ ਨੈਚੁਰਲ ਦਵਾਈਆਂ ਦਾ ਕੀ ਫਰਕ ਪੈਂਦਾ ਕਿ ਇੱਕ ਤਾਂ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ, ਇੱਕ ਨਾਰਮਲ ਆਦਮੀ ਵੀ ਲੈਂਦਾ ਰਹੇ। ਤੁਸੀਂ ਨੋਟ ਕਰਨਾ ਕਿ ਜਿੰਨੀ ਦੁਨੀਆ ਨੂੰ ਡਿਪਰੈਸ਼ਨ ਦੀ, ਐਂਗਜ਼ਾਇਟੀ ਦੀ, ਸਟ੍ਰੈਸ ਦੀ ਦਵਾਈ ਮੇਰੀ ਗਈ ਹੈ, ਉਹਨਾਂ ਨੇ ਆਪਣੇ ਆਪ ਦੱਸਿਆ ਜੀ ਬਿਲਕੁਲ ਠੀਕ, ਕੋਈ ਜ਼ੋਲੋਫਟ, ਕੋਈ ਪ੍ਰੋਜ਼ੈਕ, ਕੋਈ ਐਂਟੀ ਡਿਪਰੈਸੈਂਟ ਖਾਣ ਦੀ ਲੋੜ ਨਹੀਂ। ਨਹੀਂ ਤੇ ਉਹਨਾਂ ਨੂੰ ਲੱਗੇ ਹੋਏ ਕੋਈ ਸਟੀਰੋਇਡਸ ਵੀ, ਜਾਂ ਉਹ ਕਈ ਵਾਰੀ ਨੀਂਦ ਦੀਆਂ ਦਵਾਈਆਂ ਖਾਂਦੇ ਨੇ, ਉਹ ਦੇਖੋ, ਜਾਂ ਕਈ ਵਾਰੀ ਕਿਸੇ ਨੂੰ ਐਸਿਡਿਟੀ ਹੈ, ਹਰ ਅੰਗਰੇਜ਼ੀ ਦਵਾਈ ਖਾਣ ਵਾਲੇ ਨੂੰ ਨਾਲ ਐਸਿਡਿਟੀ ਹੈ, ਤੇਜ਼ਾਬੀ ਮਾਦਾ, ਗੈਸ ਹੈ। ਭਾਵੇਂ ਆਪਾਂ ਦਰਦਾਂ ਦੀਆਂ ਦਵਾਈਆਂ ਖਾਂਦੇ ਹਾਂ, ਬਰੂਫਨ ਖਾਂਦੇ, ਉਹਦੇ ਨਾਲ ਵੀ ਗੈਸ, ਐਸਿਡਿਟੀ। ਉਹ ਫਿਰ ਨਾਲ ਤੁਹਾਨੂੰ ਓਮਪਰਾਜ਼ੋਲ ਦੇਣਗੇ, ਫੈਮੋਟਾਡਿਨ ਦੇਣਗੇ, ਸਿਮੇਟਾਡਿਨ ਦੇਣਗੇ, ਜ਼ੈਂਟਿਕ। ਸੋ ਆਈ ਮੀਨ ਟੂ ਸੇ ਆਈ ਹੈਵ ਡਨ ਦਿਸ ਲੌਂਗ। ਲੇਕਿਨ ਨੈਚੁਰਲ ਹਰਬਲ ਥੈਰੇਪੀ 'ਚ ਆਪਾਂ ਅੱਜ ਗੱਲ ਕਰਦੇ ਹਾਂ ਵੀ ਸਟ੍ਰੈਸ ਨੂੰ ਕਿੱਦਾਂ ਦੂਰ ਕਰਨਾ ਹੈ। ਐਕਸਰਸਾਈਜ਼ ਕਰਨੀ ਹੈ, ਪ੍ਰਾਣਾਯਾਮ ਕਰਨਾ ਹੈ, ਬਰੀਥ ਇਨ ਬਰੀਥ ਆਊਟ, ਲੋਟ ਆਫ ਵਾਟਰ, ਫਰੂਟਸ ਐਂਡ ਵੈਜੀਟੇਬਲਸ, ਔਰ ਪੋਜ਼ਿਟਿਵ ਐਂਡ ਪੋਜ਼ਿਟਿਵ ਸੋਚਣਾ। ਜੇ ਕੋਈ ਗੱਲ ਕਹਿ ਵੀ ਦਿੱਤੀ ਹੈ, ਤੁਸੀਂ ਇੱਕ ਚੀਜ਼ ਹਮੇਸ਼ਾ ਯਾਦ ਰੱਖਣਾ ਵੀ ਜਿਸ ਚੀਜ਼ ਤੋਂ ਤੁਹਾਨੂੰ ਸਟ੍ਰੈਸ ਹੋ ਰਹੀ ਹੈ, ਟਰਾਈ ਟੂ ਸਟੇ ਅਵੇ ਫਰਮ। ਬੀਚ ਤੇ ਚਲੇ ਜਾਓ, ਟੀਵੀ ਲਗਾ ਲਓ, ਰਮਾਇਣ ਪੜ੍ਹ ਲਓ, ਗੀਤਾ ਪੜ੍ਹ ਲਓ, ਗ੍ਰੰਥ ਸਾਹਿਬ ਪੜ੍ਹ ਲਓ, ਮੈਡੀਟੇਸ਼ਨ ਕਰ ਲਓ, ਨਹੀਂ ਤੇ 2 ਮਿੰਟ ਅੱਖਾਂ ਬੰਦ ਕਰਕੇ ਪ੍ਰਾਣਾਯਾਮ ਕਰ ਲਓ। ਜਦੋਂ ਵੀ ਕੋਈ ਐਸਾ ਖਿਆਲ ਆਵੇ ਤੇ ਬਰੀਥ ਇਨ ਬਰੀਥ ਆਊਟ, ਬਰੀਥ ਇਨ ਬਰੀਥ ਆਊਟ ਕਰਦੇ ਕਰਦੇ ਆਪਣੇ ਆਪ ਨੂੰ ਸੋਚੋ ਮੈਂ ਸਮੁੰਦਰ ਦੇ ਕਿਨਾਰੇ ਬੈਠਾ ਤੇ ਪਾਠ ਕਰ ਰਿਹਾ। ਕੁਛ ਚੀਜ਼ਾਂ ਇਸੇ ਤਰ੍ਹਾਂ, ਐਲੋਵੇਰਾ ਜੂਸ ਪੀਓ, ਕ੍ਰੇਨਬੈਰੀ ਜੂਸ ਪੀਓ, ਔਰ ਬ੍ਰਹਮੀ ਘ੍ਰਿਤ ਵੀ ਲੈ ਸਕਦੇ ਹੋ। ਸਾਡੇ ਕੋਲ ਇੱਕ ਆਇਲ ਹੈ ਜਿਹੜਾ ਸ਼ਿਰੋਧਰਾ ਆਇਲ ਕਹਿੰਦੇ, ਉਹਦਾ ਤੁਸੀਂ ਮੱਥੇ ਤੇ ਸਿਰਫ ਮਸਾਜ ਕਰਨ ਦੇ ਨਾਲ ਹੀ ਕਈ ਵਾਰੀ ਸਟ੍ਰੈਸ ਚਲੀ ਜਾਂਦੀ ਹੈ। ਕਈ ਸਾਡੇ ਕੋਲ ਇਨਹੇਲਰ ਹੈ, ਐਰੋਮਾ ਥੈਰੇਪੀ, ਹਾਈਡਰੋਥੈਰੇਪੀ, ਐਕੂਪੰਕਚਰ, ਐਕੂਪ੍ਰੈਸ਼ਰ, ਹੋਮਿਓਪੈਥੀ, ਆਯੁਰਵੈਦਿਕ, ਨੈਚੁਰੋਪੈਥੀ। ਦੇਰ ਆਰ ਵੇਜ਼ ਆਊਟ ਫॉर ਈਚ ਐਂਡ ਐਵਰੀਥਿੰਗ ਐਂਡ ਦੇਰ ਇਜ਼ नो ਸਾਈਡ ਇਫੈਕਟ ਆਫ दैट ਇਫ ਯੂ ਆਰ ਗੋਇੰਗ ਥਰੂ ਦ ਆਯੁਰਵੇਦਾ। ਸੋ ਪਿਆਰੇ ਦਰਸ਼ਕੋ, ਇਹ ਵੀ ਇੱਕ ਵਾਤਜ ਵਿਆਧੀ ਬਣ ਜਾਂਦੀ ਹੈ। ਕਈ ਵਾਰੀ ਸਟ੍ਰੈਸ ਨਾਲ ਦਰਦਾਂ ਹੋਣਗੀਆਂ, ਆਰਥਰਾਈਟਸ ਹੋ ਜਾਂਦੀ ਹੈ, ਸਟ੍ਰੈਸ ਦੇ ਨਾਲ ਇੰਪੋਟੈਂਸੀ, ਮਰਦਾਨਗੀ ਤਾਕਤ ਖਤਮ ਹੋ ਜਾਂਦੀ ਹੈ। ਸ਼ਰਾਬ ਬਚਾ ਕਰੋ। ਸਟ੍ਰੈਸ ਤੋਂ ਬਚਣਾ ਮੈਂ ਦੱਸਿਆ, ਜਿੱਦਾਂ ਪਿਛਲੀ ਵਾਰੀ ਮੈਂ ਦੱਸਿਆ ਸੀ ਸੋਰਾਇਸਿਸ ਬਾਰੇ ਵੀ, ਤੁਸੀਂ ਓਮੇਗਾ 3 ਲੈ ਸਕਦੇ ਹੋ, ਵਿਟਾਮਿਨਸ ਲਓ, ਉਹਦਾ ਕੋਈ ਨੁਕਸਾਨ ਨਹੀਂ। ਲੇਕਿਨ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਸਮਟਾਈਮਸ। ਇਹ ਵੀ ਪਤਾ ਹੋਣਾ ਚਾਹੀਦਾ ਕੋਈ ਨਿਕੋਟੀਨ ਜ਼ਿਆਦਾ ਤਾਂ ਨਹੀਂ, ਕਿਸੇ 'ਚ B1 B2 'ਚ ਜਾਣਾ, ਕਿ ਕਈ ਵਾਰੀ ਫੋਲਿਕ ਐਸਿਡ ਉਹ 'ਚ ਜ਼ਿਆਦਾ ਨਾ ਹੋਵੇ। ਕਈਆਂ ਨੂੰ ਕਈ ਵਾਰੀ ਕੈਲਸ਼ੀਅਮ ਜ਼ਿਆਦਾ ਖਾਣ ਲੱਗ ਜਾਂਦੇ। ਕਈ ਪੇਸ਼ੈਂਟਸ ਵਿਚਾਰੇ ਮੈਂ ਦੇਖਿਆ ਕਿੰਨੇ ਵਿਟਾਮਿਨਸ ਖਾਣਗੇ, ਫਿਰ ਉਹ ਵੀ ਸੀਕ੍ਰੇਟ ਹੈ ਜੇ ਤੁਹਾਨੂੰ ਮੈਂ ਦੱਸਾਂ, ਤੇ ਕਈ ਵਾਰੀ ਜ਼ਿਆਦਾ ਕੈਲਸ਼ੀਅਮ ਖਾਣ ਦੇ ਨਾਲ ਵੀ ਪੱਥਰੀ ਹੋ ਜਾਂਦੀ ਹੈ। ਕੈਲਸ਼ੀਅਮ ਆਕਜ਼ੇਲੇਟ ਦੇ ਕ੍ਰਿਸਟਲ ਬਣ ਜਾਂਦੇ ਆ, ਜਿਹੜਾ ਪਿਸ਼ਾਬ ਦੇ ਰਸਤੇ ਜਦੋਂ ਕਈ ਵਾਰੀ ਜਾ ਕੇ, ਜਿਹਨੂੰ ਕਹਿੰਦੇ ਆਪਾਂ ਗੁਰਦੇ 'ਚ ਪੱਥਰੀ ਬਣ ਜਾਂਦੀ ਹੈ। ਟੌਪਿਕ ਆਪਾਂ ਹੋਰ ਡਿਸਕਸ ਕਰ ਰਹੇ ਹਾਂ, ਲੇਕਿਨ ਮੈਂ ਦੱਸਣ ਲੱਗਾ ਤੇ ਤੁਹਾਨੂੰ ਕਈ ਚੀਜ਼ਾਂ ਦੱਸ ਸਕਦਾ ਜਿਹੜੀਆਂ ਅਸੀਂ ਸਿਰਫ ਆਯੁਰਵੈਦਿਕ ਤਰੀਕੇ ਨਾਲ ਠੀਕ ਕਰਨੀਆਂ। ਸਟ੍ਰੈਸ ਦੀ ਗੱਲ ਕਰਦੇ ਮੈਂ ਦੱਸਿਆ, ਇਸ ਨੈਚੁਰਲ ਸਪਲੀਮੈਂਟੇਸ਼ਨ ਦੇ ਵਿੱਚ ਇਹ ਹੈ ਕਿ ਇੱਕ ਤਾਂ ਤੁਹਾਨੂੰ ਐਂਟੀ ਡਿਪਰੈਸੈਂਟ ਨਹੀਂ ਲੈਣੇ ਪੈਣੇ, ਇੱਕ ਜਦੋਂ ਅਸੀਂ ਤੁਹਾਨੂੰ ਦਵਾਈ ਭੇਜਣੀ ਸਟ੍ਰੈਸ ਦੀ, ਤੁਹਾਨੂੰ ਨਾਲ ਸਰੀਰਕ 'ਚ ਤਾਕਤ ਆਣੀ ਹੈ, ਨਾਲੇ ਤੁਹਾਡੀ ਬ੍ਰੇਨ ਪਾਵਰ ਵਧਣੀ ਹੈ, ਨਾਲੇ ਨਰਵ ਸਟੋਨ ਅਪ ਹੋਣੀ ਹੈ, ਨਾਲੇ ਮੈਮਰੀ ਸ਼ਾਰਪ ਹੋਣੀ ਹੈ। ਔਰ ਐਕਚੁਅਲੀ ਦੇਖੋ ਹੁੰਦਾ ਕੀ ਹੈ, ਲੈਕ ਆਫ ਲਿਥੀਅਮ ਇਨ ਦਾ ਬ੍ਰੇਨ। ਜਦੋਂ ਆਪਾਂ ਸੌਂਦੇ ਹਾਂ ਤੇ ਉਦੋਂ ਹਾਰਮੋਨਸ ਆਪਣਾ ਕੰਮ ਕਰ ਰਹੇ ਹੁੰਦੇ, ਤੇ ਕਈ ਵਾਰੀ ਡਿਊ ਟੂ ਦਾ ਲੈਕ ਆਫ ਲਿਥੀਅਮ ਇਨ ਦਾ ਬ੍ਰੇਨ ਉਹਦੇ ਨਾਲ ਵੀ ਸਟ੍ਰੈਸ ਹੋ ਜਾਂਦੀ ਹੈ। ਉਸੇ ਕਰਕੇ ਕਈ ਵਾਰੀ ਐਂਗਜ਼ਾਇਟੀ, ਡਿਪਰੈਸ਼ਨ ਹੋ ਜਾਂਦੀ ਹੈ। ਨੀਂਦ ਦਾ ਨਾਂ ਸੈਰੋਟੋਨਿਨ ਲੈਵਲ, ਕਿਉਂਕਿ ਸੈਰੋਟੋਨਿਨ ਕੀ ਹੈ? ਸੈਰੋਟੋਨਿਨ ਇਜ਼ ਸੱਚ ਅ ਹਾਰਮੋਨ ਵਿਚ ਇਜ਼ ਸੈਂਡਿੰਗ the positive impulses to the neurons.
ਬ੍ਰੇਨ ਦੀਆਂ ਨਾੜੀਆਂ ਦੇ ਵਿੱਚ ਜੇ ਸੈਰੋਟੋਨਿਨ ਲੈਵਲ ਪੂਰਾ ਨਾ ਹੋਵੇ, ਜਿਹੜਾ ਕਿ ਨੈਚੁਰਲੀ ਆਟੋਮੈਟਿਕਲੀ ਸਲੀਪ ਟਾਈਮ ਆਪਣੇ ਆਪ ਬਣ ਰਿਹਾ ਹੁੰਦਾ, ਜਦੋਂ ਫਿਰ ਕਈ ਵਾਰੀ ਨੀਂਦ ਦਾ ਨਾ ਆਉਣਾ, ਸੈਰੋਟੋਨਿਨ ਲੈਵਲ ਦੀ ਕਮੀ ਹੋ ਜਾਂਦੀ ਹੈ ਡਿਊ ਟੂ ਦ ਲੈਕ ਆਫ ਲਿਥੀਅਮ ਇਨ ਦਾ ਬ੍ਰੇਨ। ਇਸ ਕਰਕੇ ਇਹ ਜਿਹੜੇ ਨਾਮ ਮੈਂ ਦੱਸ ਰਿਹਾ ਉਹਨਾਂ ਨੈਚੁਰਲ ਕੰਪਲੀਮੈਂਟਸ, ਨੈਚੁਰਲ ਆਲਟਰਨੇਟਿਵ ਥੈਰੇਪੀ ਦੇ ਵਿੱਚ, ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ ਦੇ ਵਿੱਚ ਕਈ ਵਾਰੀ these are also like vitamins, minerals, herbals, supplements which are not only giving you the brain power, getting you out of the stress, anxiety, depression as well, and increasing your physical, mental and sexual power as well. So ਪਿਆਰੇ ਦਰਸ਼ਕੋ, ਸਟ੍ਰੈਸ ਹੋਵੇ, ਚਿੰਤਾ ਫਿਕਰ, ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਕਈ ਵਾਰੀ ਚਿੰਤਾ ਚਿਖਾ ਬਰਾਬਰ, ਚਿੰਤਾ ਦੇ ਨਾਲ ਮੈਮਰੀ ਬ੍ਰੇਨ ਪਾਵਰ ਘਟਣੀ, ਚਿੰਤਾ ਦੇ ਨਾਲ ਸੋਰਾਇਸਿਸ ਹੋਣੀ, ਸਟ੍ਰੈਸ ਨਾਲ ਪਿੰਪਲਸ ਹੋ ਜਾਂਦੇ ਆ। ਤੁਸੀਂ ਨੋਟ ਕਰਨਾ ਜੋ ਮੈਂ ਕਹਿ ਰਿਹਾ ਮੈਡੀਕਲੀ FDA ਇੰਪਰੂਵਡ ਚੀਜ਼ਾਂ, ਇੱਥੇ ਦੀ ਰਿਸਰਚ ਨੇ ਦੱਸਦਾ ਕਿ ਸਟ੍ਰੈਸ ਨਾਲ ਪਿੰਪਲਸ ਹੋ ਜਾਂਦੇ ਆ, ਸਟ੍ਰੈਸ ਨਾਲ ਸਕਿਨ ਪ੍ਰੋਬਲਮਸ ਹੋ ਜਾਂਦੀਆਂ, ਸਟ੍ਰੈਸ ਨਾਲ ਡਿਪਰੈਸ਼ਨ, ਸਟ੍ਰੈਸ ਦੇ ਨਾਲ ਸੈਕਸੁਅਲ ਪ੍ਰੋਬਲਮ, ਫਿਜ਼ੀਕਲੀ ਮੈਂਟਲੀ ਇਨਸਾਨ ਕਮਜ਼ੋਰ ਹੋ ਜਾਂਦਾ। ਕੀ ਹੋਏਗਾ? ਭੁੱਖ ਨਹੀਂ ਰਹੇਗੀ, ਭੁੱਖ ਘਟ ਜਾਏਗੀ, ਭੁੱਖ ਲੱਗੇਗੀ ਨਹੀਂ, ਨੀਂਦ ਨਹੀਂ ਆਏਗੀ, ਸਰੀਰ ਲਥਾਰਜਿਕ ਸੁਸਤੀ ਪਈ ਰਹੇਗੀ ਔਰ ਨਾ ਮਰਦਾਨਗੀ। ਲੇਡੀਜ਼ ਨੂੰ ਵੀ ਜਿਹਨੂੰ ਕਹਿੰਦੇ ਸਟੈਰਿਲਿਟੀ, ਹਾਰਮੋਨਲ ਇੰਬੈਲੈਂਸ ਹੋ ਜਾਂਦਾ, ਪ੍ਰੋਜੈਸਟਰੋਨ ਲੈਵਲ ਘਟ ਜਾਂਦਾ, ਲੇਡੀਜ਼ ਦਾ ਫਿਰ ਦਿਲ ਨਹੀਂ ਕਰਦਾ ਸੈਕਸ ਕਰਨ ਨੂੰ, ਔਰ ਕਈ ਵਾਰੀ ਮੀਨੋਪਾਜ਼ ਕਰਕੇ ਵੀ ਇਹ ਪ੍ਰੋਬਲਮਸ ਆਉਂਦੀਆਂ ਨੇ, ਕਈ ਵਾਰੀ ਛੋਟੀ ਜੀ ਗੱਲ ਸਟ੍ਰੈਸ ਕਰਕੇ ਹਸਬੈਂਡ ਵਾਈਫ ਆਪਸ ਦੇ ਵਿੱਚ ਕਈ ਵਾਰੀ ਮਿਸਅੰਡਰਸਟੈਂਡ ਕਰ ਜਾਂਦੇ ਨੇ। ਨਹੀਂ ਤੇ ਉਹਦੇ 'ਚ ਸਿਰਫ ਇੱਕ ਦੂਜੇ ਨੂੰ ਕੋਆਪਰੇਟ ਕਰੋ, ਜੇ ਕੋਈ ਗੱਲ ਹੈ ਤੈਨੂੰ ਪੋਜ਼ਿਟਿਵ ਸੋਚੋ, ਟਰਾਈ ਟੂ ਅਵੋਇਡ ਦਾ ਸਟ੍ਰੈਸ ਐਟ ਯੂਰ ਓਨ। ਤੁਸੀਂ ਆਪਸ ਦੇ ਵਿੱਚ ਹੱਸ ਖੇਡ ਕੇ ਉਹਨੂੰ ਦੂਰ ਕਰੋ। ਕਿਸੇ ਕਿਸਮ ਦੀ ਕਾਰਨ ਭਾਵੇਂ ਹੈ, ਉਹਨੂੰ ਮੇਨ ਥਿੰਗ ਖਾਣਾ ਖਾਓ ਪੋਜ਼ਿਟਿਵ, ਦਵਾਈ ਖਾਣ ਲੱਗਿਆ ਪੋਜ਼ਿਟਿਵ, ਔਰ पॉजिटिव पॉजिटिव पॉजिटिव। हमेशा ये सोचना है जो हुआ अच्छा हुआ, जो हो रहा अच्छा हो रहा, जो आगे होगा और भी अच्छा होगा। दिस इज द वन वे विच यू कैन डू एट योर ओन, बाय अरोमा थेरेपी, बाय मेडिटेशन, बाय योगा, बाय प्राणायाम, ब्रीद इन ब्रीद आउट, ड्रिंकिंग लॉट ऑफ वाटर, टेकिंग स्लीप प्रॉपरली मिनिमम 6 to 8 आवर्स। फिर मज़ेदार गल यह है कि असी तुहानूं जिहड़ी स्ट्रैस की दवाई देनी है, जिद्दां मैं पहले दस्सिया भावें अश्वगंधा ही होवे, ਇਹ ਨਾ ਸਟ੍ਰੈਸ ਲਈ ਵੀ ਠੀਕ, ਨੀਂਦ ਲਈ ਵੀ ਠੀਕ, ਔਰ ਸੈਕਸੁਅਲ ਟੋਨਿਕ। ਦਿਸ ਇਜ਼ ਵਨ ਆਫ ਦ ਇਨਗਰੀਡੀਐਂਟਸ। ਲੇਕਿਨ ਸਾਡੇ ਕੋਲ ਜਦੋਂ ਤੁਹਾਨੂੰ ਕੋਈ ਦਵਾਈ ਜਾਣੀ, ਇੱਕ ਚੀਜ਼ ਨਹੀਂ ਜਾਣੀ, ਇੰਨੇ ਫਾਰਮੂਲੇ ਨੇ ਮੇਰੇ ਕੋਲ ਆਪਣੇ ਬਣਾਏ। ਔਰ ਡਿਪਰੈਸ਼ਨ ਦੀ ਤਾਂ ਗਰੰਟੀ ਹੈ, ਜਿੰਨੀ ਮਰਜ਼ੀ ਪੁਰਾਣੀ ਚਿੰਤਾ ਫਿਕਰ ਡਿਪਰੈਸ਼ਨ ਸਟ੍ਰੈਸ ਹੋਵੇ, ਮੈਮਰੀ ਲਾਸ ਹੋਵੇ। ਉਹ ਲੇਡੀਜ਼ ਹੈਰਾਨ ਹੋ ਗਈਆਂ ਕਿ ਕਹਿੰਦੇ ਅਸੀਂ ਡਰਾਈਵ ਕਰਦੇ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਅਸੀਂ ਕਿੱਥੋਂ ਦੇ ਕਿੱਥੇ ਚਲੇ ਜਾਂਦੇ, ਬੱਚਿਆਂ ਨੇ ਸਕੂਲ ਲੈਣ ਜਾਣਾ ਪਹੁੰਚ ਕਿੱਥੇ ਜਾਣਾ। ਉਹਨਾਂ ਨੇ ਸਟ੍ਰੈਸ ਦੀ ਦਵਾਈ ਖਾਧੀ, ਨਾਲੇ ਕਹਿੰਦੇ ਸਾਡੀ ਮੈਮਰੀ ਇੰਨੀ ਸ਼ਾਰਪ ਹੋ ਗਈ, ਹੁਣ ਕਈ ਵਾਰੀ ਸਾਨੂੰ ਕਹਿੰਦੇ ਕੁਛ ਯਾਦ ਹੀ ਨਹੀਂ ਸੀ ਰਹਿੰਦਾ, ਅਸੀਂ ਗੱਲ ਕੁਛ ਕਰ ਰਹੇ ਹਾਂ, ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲਫ਼ਜ਼ ਮੂੰਹ 'ਚੋਂ ਹੋਰ ਨਿਕਲ ਰਹੇ ਹੁੰਦੇ। ਇਟ ਹੈਪਨਸ, ਇਟਸ ਏ ਨੈਚੁਰਲ ਫਿਨੋਮੀਨਾ, ਇਟਸ ਨਾਟ ਐਨੀਬੋਡੀਜ਼ ਕੰਟਰੋਲ। ਉੱਥੇ ਸਾਡਾ ਰੋਲ ਹੈ, ਅਸੀਂ ਤਾਂ ਤੁਹਾਨੂੰ ਆਯੁਰਵੈਦਿਕ ਤਰੀਕੇ ਨਾਲ, ਨੈਚੁਰਲ ਸਪਲੀਮੈਂਟਸ ਨਾਲ, ਐਜ਼ ਏ ਟੋਨਿਕ ਉਹ ਚੀਜ਼ਾਂ ਦੇਣੀਆਂ। ਔਰ ਫਿਰ ਤੁਹਾਨੂੰ ਕੋਈ ਪ੍ਰੋਜ਼ੈਕ, ਕੋਈ ਜ਼ੋਲੈਫਟ, ਕੋਈ ਨੀਂਦ ਦੀਆਂ ਦਵਾਈਆਂ ਖਾਣ ਦੀ ਲੋੜ ਨਹੀਂ। ਓਵਰ ਦੀ ਕਾਊਂਟਰ ਕਈ ਵਾਰੀ ਦੇਖੋ ਸਾਰੇ ਡਾਈਫਾਈਹਾਈਡਰਾਮਿਨ ਖਾਂਦੇ ਆ, ਉਹਦੇ ਨਾਲ ਫਿਰ ਬ੍ਰੇਨ ਨਰਵਸ ਵੀਕ, ਬ੍ਰੇਨ ਨਰਵਸ ਵੀ ਵੀਕ, ਮੈਮਰੀ ਵੀ ਕਮਜ਼ੋਰ, ਔਰ ਫਿਰ ਉਹ ਸਟ੍ਰੈਸ ਦੀਆਂ ਦਵਾਈਆਂ ਨਾਲ, ਐਂਟੀ ਡਿਪਰੈਸੈਂਟਸ ਨਾਲ, ਭਾਵੇਂ ਉਹ ਜ਼ੋਲਫਟ ਹੈ, ਹੌਲੀ ਹੌਲੀ ਫਿਰ ਬੰਦਾ ਡਿਪੈਂਡੈਂਟ ਹੋ ਜਾਂਦਾ, ਜਿੱਦਾਂ ਕਿਸੇ ਨੂੰ ਕੋਈ ਫੀਮ ਦਾ ਨਸ਼ਾ ਲੱਗਾ। ਇੱਕ ਨਸ਼ੇ ਨੂੰ ਛੁਡਾ ਕੇ ਦੂਜਾ ਨਸ਼ਾ ਲਾਉਣਾ। ਨੀਂਦ ਦੀਆਂ ਦਵਾਈਆਂ ਦੇਖੋ, ਮੈਨੂੰ ਐਲੋਪੈਥੀ ਦਾ ਇਹਦੇ ਨਾਲ ਵੀ ਜ਼ਿਆਦਾ ਐਕਸਪੀਰੀਅੰਸ ਹੈ। ਭਾਵੇਂ ਤੁਸੀਂ ਐਲਪ੍ਰੋਜ਼ਾਮ ਖਾ ਲਓ, ਡਾਇਆਜ਼ੀਪਮ ਖਾ ਲਓ, ਵੇਲੀਅਮ ਜਿਹਨੂੰ ਕਹਿ ਦਿੰਦੇ ਆ, ਕਲੋਰੋਡਾਇਜ਼ਿਪ ਆਕਸਾਈਡ। ਸੋ ਉਹ ਟਰੰਕਲਾਈਜ਼ਰ ਜਿਹੜੇ ਆ ਨਾ, ਟੈਂਪਰੇਰੀ ਠੀਕ ਹੈ, ਕੋਈ ਐਮਰਜੈਂਸੀ ਦੇ ਵਿੱਚ ਖਾਣ 'ਚ ਕੋਈ ਹਰਜ਼ ਨਹੀਂ, ਲੇਕਿਨ ਪਰਮਾਨੈਂਟ ਜੇ ਕਿਸੇ ਨੂੰ ਕਿਸੇ ਕਿਸਮ ਦੀ ਸਟ੍ਰੈਸ ਹੈ, ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਤੇ ਆਈ ਐਮ ਜਸਟ ਏ ਫੋਨ ਕਾਲ ਅਵੇ। ਮਾਈ ਨੰਬਰਸ ਆਰ ਔਨ ਦ ਸਕਰੀਨ। You are most welcome to log on to my website naturalherbalhealthayurveda.com। ਸ਼ੋਅ ਤਾਂ ਮੈਂ ਮਿਲੀਅਨ ਕਰ ਚੁੱਕਾ, ਲੇਕਿਨ ਥੋੜੇ ਜਿਹੇ YouTube ਤੇ ਪਾਏ ਨੇ, ਉਹਨਾਂ ਤੋਂ ਵੀ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲ ਸਕਦੀ ਹੈ। ਮੈਂ ਇੱਕ ਗੱਲ ਜ਼ਰੂਰ ਕਹਾਂਗੇ, ਲੋਟ ਆਫ ਇਨਫੋਰਮੇਸ਼ਨ, ਸਮ ਪੀਪਲ ਜਸਟ ਕਾਲ ਮੀ, ਹਾਂਜੀ ਡਾਕਟਰ ਸਾਹਿਬ ਕਿ ਹੋਮ ਰੈਮਡੀਜ਼ ਦੱਸੋ। ਉਹਦੇ ਲਈ ਮੈਨੂੰ ਕਾਲ ਇਸ ਕਰਕੇ ਨਹੀਂ ਕਰਨੀ ਕਿ ਮੈਂ ਵੈਬਸਾਈਟ ਤੇ ਵੀ ਦੱਸਿਆ ਹੁੰਦਾ, ਸ਼ੋਅ ਤੇ ਵੀ ਦੱਸ ਰਿਹਾ ਹੁੰਦਾ। ਤੁਸੀਂ ਮੈਨੂੰ ਕਾਲ ਕਰਕੇ ਉਦੋਂ ਹੀ, ਜਦੋਂ ਇਫ ਯੂ ਆਰ ਰੈਡੀ ਫॉर द ਮੈਡੀਸਨ, ਜਸਟ ਗਿਵ ਮੀ ਅ ਕਾਲ। ਕਿਉਂਕਿ ਦੇਖੋ, ਮੈਂ ਹਰ ਪੇਸ਼ੈਂਟ ਨੂੰ ਅਟੈਂਡ ਕਰਨਾ ਹੁੰਦਾ, ਦਵਾਈ ਵੀ ਭੇਜਣੀ ਹੁੰਦੀ ਹੈ, ਟਾਈਮ ਮੇਰਾ ਬਹੁਤ ਵੈਲਿਊਏਬਲ ਹੈ, ਇਹ ਤੁਸੀਂ ਵੀ ਜਾਣਦੇ ਹੋ ਜਾਂ ਪਰਮਾਤਮਾ ਜਾਣਦਾ। ਸੋ ਆਈ ਐਮ ਜਸਟ ਏ ਫੋਨ ਕਾਲ ਅਵੇ। ਥੈਂਕਸ ਫॉर ਲਿਸਨਿੰਗ ਟੂ ਮੀ, ਥੈਂਕਸ ਫॉर ਵਾਚਿੰਗ ਮੀ। ਅਗਲੇ ਹਫਤੇ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਕੋਈ ਕਿਸੇ ਕਿਸਮ ਦੀ ਬਿਮਾਰੀ ਹੋਵੇ, ਆਯੁਰਵੇਦਾ, ਹਿਮਤੇ ਮਰਦਾ ਮਰਦੇ ਖੁਦਾ, ਹਰ ਦਰਦ ਕੀ ਦੁਆ ਹੈ ਆਯੁਰਵੇਦਾ। ਸਤਿ ਸ਼੍ਰੀ ਅਕਾਲ।